इस वीडियो ਵਿੱਚ ਆਪ ਜੀ ਦਾ ਸਵਾਗਤ ਹੈ। ਸੋ ਇਸ ਵੀਡੀਓ 'ਚ ਅਸੀਂ ਕਰਨ ਜਾ ਰਹੇ ਹਾਂ ਕੁਇਜ਼ ਪਹਿਲਾ ਵਿਸ਼ਾ ਪੰਜਾਬੀ ਜਮਾਤ 8ਵੀਂ। ਇਹ ਪਹਿਲਾ ਕੁਇਜ਼ ਪੰਜਾਬ ਪ੍ਰਾਪਤੀ ਸਰਵੇਖਣ ਦੀ ਤਿਆਰੀ ਲਈ ਪ੍ਰਸ਼ਨ ਬੈਂਕ 'ਤੇ ਆਧਾਰਿਤ ਹੈ। ਇਹ ਪ੍ਰਸ਼ਨ ਬੈਂਕ ਪੰਜਾਬ ਦੇ ਬਹੁਤ ਹੀ ਸੂਝਵਾਨ ਅਧਿਆਪਕਾਂ ਦੁਆਰਾ ਬਣਾਇਆ ਗਿਆ ਹੈ। ਸੋ ਇਸ 'ਤੇ ਆਧਾਰਿਤ ਇਹ ਕੁਇਜ਼ ਪਹਿਲਾ, ਆਓ ਇਸ ਨੂੰ ਹੱਲ ਕਰੀਏ। ਸੋ ਪਹਿਲਾਂ ਇੱਥੇ ਇੱਕ ਪੈਰਾ ਦਿੱਤਾ ਗਿਆ ਹੈ, ਇਸ ਨੂੰ ਪੜ੍ਹਾਂਗੇ, ਫਿਰ ਇਸ ਦੇ ਆਧਾਰ 'ਤੇ ਕੁਝ ਪ੍ਰਸ਼ਨਾਂ ਦੇ ਉੱਤਰ ਦੇਵਾਂਗੇ। ਸ਼ੇਖ ਫਰੀਦ ਸ਼ਕਰਗੰਜ ਪੰਜਾਬ ਦੇ ਮਸ਼ਹੂਰ ਸੂਫੀ ਫਕੀਰ ਹੋਏ ਹਨ। ਆਪ ਨੇ ਸਾਰੀ ਜ਼ਿੰਦਗੀ ਤਪ, ਤਿਆਗ, ਸਬਰ, ਸੰਤੋਖ ਨਾਲ ਗੁਜ਼ਾਰੀ। ਜਵਾਰ ਦੀ ਰੋਟੀ, ਉਬਲੇ ਛੋਲੇ, ਕੱਚਾ ਕੋਠਾ ਅਤੇ ਸਧਾਰਨ ਕੰਬਲੀ ਹੀ ਆਪ ਦੀ ਸਾਰੀ ਦੌਲਤ ਸੀ। ਆਪ ਦੇ ਮੁਰਸ਼ਦ ਦਾ ਨਾਂ ਬਖਤਿਆਰ ਕਾਕੀ ਸੀ। ਬਾਬਾ ਫਰੀਦ ਜੀ ਦਾ ਸੁਭਾਅ ਇੰਨਾ ਮਿੱਠਾ ਅਤੇ ਮਨੋਹਰ ਸੀ ਕਿ ਲੋਕ ਆਪ ਨੂੰ ਸ਼ਕਰਗੰਜ ਕਹਿ ਕੇ ਯਾਦ ਕਰਦੇ ਸਨ। ਆਪ ਨੇ ਲੋਕਾਂ ਨੂੰ ਰੱਬੀ ਪਿਆਰ, ਨਿਮਰਤਾ ਧਾਰਨ ਕਰਨ ਦੀ ਪ੍ਰੇਰਨਾ ਦਿੱਤੀ। ਉਸ ਸਮੇਂ ਮੰਗੋਲਾਂ ਦੇ ਹਮਲਿਆਂ ਨੇ ਹਾਹਾਕਾਰ ਮਚਾਈ ਹੋਈ ਸੀ ਅਤੇ ਲੋਕਾਂ ਦੇ ਨੱਕ ਵਿੱਚ ਦਮ ਕੀਤਾ ਹੋਇਆ ਸੀ। ਫਿਰ ਵੀ ਬਾਬਾ ਫਰੀਦ ਜੀ ਇਹ ਸੰਦੇਸ਼ ਦੇ ਰਹੇ ਸਨ ਕਿ ਸਭਨਾਂ ਅੰਦਰ ਰੱਬ ਵੱਸਦਾ ਹੈ। ਸਭ ਦਾ ਬਰਾਬਰ ਸਤਿਕਾਰ ਕਰਨਾ ਹੀ ਸਾਡਾ ਪਵਿੱਤਰ ਫਰਜ਼ ਹੈ। ਆਪ ਕਰਾਮਾਤ ਨਾਲੋਂ ਮੁਲਾਕਾਤ ਨੂੰ ਵੱਡਾ ਮੰਨਦੇ ਸਨ। ਸੋ ਇਹ ਸੀ ਪਹਿਰਾ। ਹੁਣ ਇਸ ਦੇ ਆਧਾਰ 'ਤੇ ਕੁਝ ਪ੍ਰਸ਼ਨਾਂ ਦੇ ਉੱਤਰ ਦੇਈਏ। ਪ੍ਰਸ਼ਨ ਪਹਿਲਾ, ਮੱਕੀ ਦੀ ਰੋਟੀ ਨਾਲ ਕਿਹੜੀ ਸਬਜ਼ੀ ਪੰਜਾਬੀਆਂ ਦੀ ਖਾਸ ਪਸੰਦ ਹੈ? ਪਾਲਕ ਪਨੀਰ, ਮਾਂਹ ਦੀ ਦਾਲ, ਪਾਲਕ ਦੀ ਸਬਜ਼ੀ ਜਾਂ ਸਰੋਂ ਦਾ ਸਾਗ? ਸੋ ਇਸ ਦਾ ਉੱਤਰ ਹੈ ਸਰੋਂ ਦਾ ਸਾਗ। ਅਗਲੇ ਪ੍ਰਸ਼ਨ 'ਤੇ ਚੱਲਦੇ ਹਾਂ। ਸਾਨੂੰ ਉਪਰੋਕਤ ਪਹਿਰੇ ਵਿੱਚੋਂ ਕਿਸ ਗੱਲ ਦੀ ਸਿੱਖਿਆ ਮਿਲਦੀ ਹੈ? ਫਕੀਰ ਬਣਨ ਦੀ, ਗੁਰੂ ਧਾਰਨ ਕਰਨ ਦੀ, ਲੋਕਾਂ ਨੂੰ ਪਿਆਰ ਕਰਨ ਦੀ, ਰੱਬੀ ਪਿਆਰ ਅਤੇ ਨਿਮਰਤਾ ਧਾਰਨ ਕਰਨ ਦੀ? ਸੋ ਇਸ ਦਾ ਵੀ ਉੱਤਰ ਸੱਸਾ ਭਾਗ ਹੈ। ਰੱਬੀ ਪਿਆਰ ਅਤੇ ਨਿਮਰਤਾ ਧਾਰਨ ਕਰਨ ਦੀ ਸਿੱਖਿਆ ਮਿਲਦੀ ਹੈ। ਚਲੋ ਹੁਣ ਅਗਲੇ ਪ੍ਰਸ਼ਨ 'ਤੇ ਚੱਲਦੇ ਹਾਂ। ਬਾਬਾ ਫਰੀਦ ਨੇ ਕਿਸ ਨੂੰ ਆਪਣਾ ਮੁਰਸ਼ਦ ਧਾਰਿਆ? ਕਾਕੀ ਜੀ ਨੂੰ, ਬਖਤਿਆਰ ਜੀ ਨੂੰ, ਸ਼ਕਰਗੰਜ ਨੂੰ ਜਾਂ ਬਖਤਿਆਰ ਕਾਕੀ ਜੀ ਨੂੰ? ਇਸ ਦਾ ਵੀ ਉੱਤਰ ਚੌਥਾ ਹੀ ਹੈ, ਬਖਤਿਆਰ ਕਾਕੀ ਜੀ ਨੂੰ। ਚੌਥਾ ਪ੍ਰਸ਼ਨ, ਬਾਬਾ ਫਰੀਦ ਜੀ ਨੇ ਆਪਣੀ ਜ਼ਿੰਦਗੀ ਕਿਸ ਤਰ੍ਹਾਂ ਗੁਜ਼ਾਰੀ? ਕਰਾਮਾਤ ਕਰਕੇ, ਮੁਰਸ਼ਦ ਕੋਲ ਰਹਿ ਕੇ, ਪੂਜਾ ਪਾਠ ਕਰਕੇ, ਤਪ, ਤਿਆਗ ਅਤੇ ਸਬਰ ਸੰਤੋਖ ਨਾਲ? ਸੋ ਇਸ ਦਾ ਵੀ ਉੱਤਰ ਚੌਥਾ ਹੀ ਹੈ, ਤਪ, ਤਿਆਗ ਅਤੇ ਸਬਰ ਸੰਤੋਖ ਨਾਲ। ਸੋ ਅਗਲੇ ਪ੍ਰਸ਼ਨ 'ਤੇ ਚੱਲਦੇ ਹਾਂ। ਉਪਰੋਕਤ ਪਹਿਰੇ ਅਨੁਸਾਰ ਉਸ ਸਮੇਂ ਮੰਗੋਲ ਜਾਤੀ ਕਿਸ ਤਰ੍ਹਾਂ ਦੀ ਸੀ? ਸਬਰ ਸੰਤੋਖ ਵਾਲੀ, ਹਮਲੇ ਕਰਕੇ ਲੋਕਾਂ ਦੇ ਨੱਕ ਵਿੱਚ ਦਮ ਕਰਨ ਵਾਲੀ, ਪਿਆਰ ਅਤੇ ਨਿਮਰਤਾ ਦੀ ਧਾਰਨੀ, ਜਾਂ ਤਿੰਨਾਂ ਵਿੱਚੋਂ ਕੋਈ ਨਹੀਂ? ਸੋ ਇਸ ਦਾ ਉੱਤਰ ਹੈ ਐੜਾ ਭਾਗ, ਹਮਲੇ ਕਰਕੇ ਲੋਕਾਂ ਦੇ ਨੱਕ ਵਿੱਚ ਦਮ ਕਰਨ ਵਾਲੀ। ਸੋ ਅਗਲੇ ਪ੍ਰਸ਼ਨ 'ਤੇ ਚੱਲਦੇ ਹਾਂ। ਮਿੱਠਾ ਸ਼ਬਦ ਦਾ ਸਹੀ ਵਿਰੋਧੀ ਸ਼ਬਦ ਚੁਣੋ। ਮਿੱਠਾ ਸ਼ਬਦ ਦਾ ਸਹੀ ਵਿਰੋਧੀ ਸ਼ਬਦ ਚੁਣੋ। ਸਵਾਦ, ਕੌੜਾ, ਖੱਟਾ ਜਾਂ ਮਿਠਾਸ? ਸੋ ਇਸ ਦਾ ਵਿਰੋਧੀ ਸ਼ਬਦ ਹੈ ਮਿੱਠਾ ਦਾ ਕੌੜਾ, ਭਾਗ ਐੜਾ ਕੌੜਾ। ਅਗਲਾ ਪ੍ਰਸ਼ਨ, ਨੱਕ ਵਿੱਚ ਦਮ ਕਰਨਾ ਮੁਹਾਵਰੇ ਦਾ ਸਹੀ ਅਰਥ ਚੁਣੋ। ਨੱਕ ਵਿੱਚ ਦਮ ਕਰਨਾ ਮੁਹਾਵਰੇ ਦਾ ਸਹੀ ਅਰਥ ਚੁਣੋ। ਉੱਚਾ ਨੀਵਾਂ ਬੋਲਣਾ, ਬਹੁਤ ਦੁਖੀ ਕਰਨਾ, ਬੇਇੱਜ਼ਤ ਕਰਨਾ ਜਾਂ ਧੋਖਾ ਦੇਣਾ? ਸੋ ਇਸ ਦਾ ਉੱਤਰ ਹੈ ਬਹੁਤ ਦੁਖੀ ਕਰਨਾ, ਐੜਾ ਭਾਗ ਬਹੁਤ ਦੁਖੀ ਕਰਨਾ। ਅੱਗੇ ਚੱਲਦੇ ਹਾਂ ਹੁਣ 8ਵੇਂ ਪ੍ਰਸ਼ਨ 'ਤੇ। ਬਾਬਾ ਫਰੀਦ ਜੀ ਦੇ ਕਈ ਮੁਰੀਦ ਸਨ। ਪ੍ਰਣਾਮ ਸ਼ਬਦ ਕਈ ਦੀ ਸਹੀ ਕਿਸਮ ਚੁਣੋ। ਸੋ ਇਸ ਸਤਰ ਵਿੱਚੋਂ ਜਿਹੜਾ ਕਈ ਸ਼ਬਦ ਹੈ ਉਹ ਦੱਸਣਾ ਹੈ ਅਸੀਂ ਕਿਹੜਾ ਪ੍ਰਣਾਮ ਹੈ। ਇਹ ਨਿਜਵਾਚਕ ਪ੍ਰਣਾਮ ਹੈ, ਨਿਸ਼ਚੇਵਾਚਕ ਪ੍ਰਣਾਮ ਹੈ, ਅਨਿਸ਼ਚੇਵਾਚਕ ਪ੍ਰਣਾਮ ਹੈ ਜਾਂ
ਸੰਬੰਧਵਾਚਕ ਪੜ੍ਹਨਾਂਵ ਹੈ। ਸੋ ਇਸ ਦਾ ਸਹੀ ਉੱਤਰ ਹੈ ਕਿ ਇਹ ਅਨਿਸ਼ਚੈਵਾਚਕ ਪੜ੍ਹਨਾਂਵ ਹੈ। ਅਗਲੇ ਪ੍ਰਸ਼ਨ ਤੇ ਚੱਲਦੇ ਹਾਂ। ਲੋਕ ਆਪ ਜੀ ਨੂੰ ਕੀ ਕਹਿ ਕੇ ਯਾਦ ਕਰਦੇ ਸਨ? ਸੂਫੀ ਫਕੀਰ, ਸਾਈਂ ਜੀ, ਸ਼ਕਰਗੰਜ ਜਾਂ ਕਾਕੀ ਜੀ। ਸੋ ਲੋਕ ਆਪ ਜੀ ਨੂੰ ਸ਼ਕਰਗੰਜ ਕਹਿ ਕੇ ਯਾਦ ਕਰਦੇ ਹਨ। ਅਗਲਾ ਪ੍ਰਸ਼ਨ, ਜੇਕਰ ਤੁਹਾਡੇ ਸਾਹਮਣੇ ਕੋਈ ਗੈਰ ਕਾਨੂੰਨੀ ਕੰਮ ਕਰੇ ਜਾਂ ਤੁਹਾਡੇ ਉੱਤੇ ਹਮਲਾ ਕਰੇ ਤਾਂ ਤੁਸੀਂ ਕੀ ਕਰੋਗੇ? ਚੁੱਪ ਕਰਕੇ ਘਰ ਚਲੇ ਜਾਓਗੇ, ਆਪਣਾ ਬਚਾਅ ਕਰੋਗੇ ਅਤੇ ਪੁਲਿਸ ਨੂੰ ਸੂਚਨਾ ਦਿਓਗੇ, ਉਸ ਉੱਤੇ ਵਾਰ ਕਰੋਗੇ, ਇਸ ਦੀ ਸੂਚਨਾ ਆਪਣੇ ਦੋਸਤਾਂ ਨੂੰ ਦਿਓਗੇ। ਸੋ ਇਸ ਦਾ ਸਹੀ ਉੱਤਰ ਹੈ ਦੂਸਰਾ, ਜਾਣੀ ਕਿ ਐੜਾ ਭਾਗ, ਆਪਣਾ ਬਚਾਅ ਕਰੋਗੇ ਅਤੇ ਪੁਲਿਸ ਨੂੰ ਸੂਚਨਾ ਦਿਓਗੇ। ਅੱਗੇ ਹੈ 11ਵਾਂ ਪ੍ਰਸ਼ਨ, ਸ਼ਕਰਗੰਜ ਸ਼ਬਦ ਤੋਂ ਤੁਸੀਂ ਕੀ ਭਾਵ ਸਮਝਦੇ ਹੋ? ਸ਼ਕਰਗੰਜ ਦਾ ਭਾਵ ਦੱਸਣਾ ਹੈ ਇਸ ਵਿੱਚ ਖੰਡ, ਗੰਨਾ, ਮਿਠਾਸ ਦਾ ਭੰਡਾਰ ਜਾਂ ਸ਼ੱਕਰ। ਸੋ ਇਸ ਦਾ ਸਹੀ ਅਰਥ ਹੈ ਈੜੀ, ਮਿਠਾਸ ਦਾ ਭੰਡਾਰ। ਸੋ ਅਗਲੇ ਪ੍ਰਸ਼ਨ 'ਤੇ ਚੱਲਦੇ ਹਾਂ। ਸੋ ਅੱਗੇ ਹੈ ਹੁਣ ਸਾਡੇ ਤੋਂ ਫਿਰ ਇੱਕ ਪੈਰਾ ਦਿੱਤਾ ਗਿਆ ਹੈ, ਇਸ ਨੂੰ ਪੜ੍ਹਨਾ ਹੈ, ਇਸ ਦੇ ਆਧਾਰ 'ਤੇ ਹੀ ਅੱਗੇ ਪ੍ਰਸ਼ਨਾਂ ਨੂੰ ਹੱਲ ਕਰਨਾ ਹੈ। ਆਓ ਇਸ ਨੂੰ ਪਹਿਲਾਂ ਪੜ੍ਹੀਏ। ਰੂਪਨਗਰ ਪੰਜਾਬ ਦਾ ਇੱਕ ਪੁਰਾਣਾ ਸ਼ਹਿਰ ਹੈ। ਇਸ ਦਾ ਪਹਿਲਾ ਨਾਂ ਰੋਪੜ ਸੀ। 16 ਨਵੰਬਰ 1976 ਈਸਵੀ ਨੂੰ ਇਸ ਸ਼ਹਿਰ ਦਾ ਨਾਂ ਰੋਪੜ ਤੋਂ ਰੂਪਨਗਰ ਕਰ ਦਿੱਤਾ ਗਿਆ। ਉਸ ਸਮੇਂ ਗਿਆਨੀ ਜੈਲ ਸਿੰਘ ਪੰਜਾਬ ਦੇ ਮੁੱਖ ਮੰਤਰੀ ਸਨ। ਚੰਡੀਗੜ੍ਹ ਤੋਂ ਜਲੰਧਰ ਜਾਣਾ ਹੋਵੇ ਤਾਂ ਇਸ ਸ਼ਹਿਰ ਤੋਂ ਲੰਘਿਆ ਜਾਂਦਾ ਹੈ। ਰੂਪਨਗਰ ਪਸ਼ੂਆਂ ਦੀ ਮੰਡੀ ਲਈ ਵੀ ਪ੍ਰਸਿੱਧ ਹੈ। ਵਿਸਾਖੀ ਅਤੇ ਹੋਲਾ ਮਹੱਲਾ ਦੇ ਜੋੜ ਮੇਲੇ ਸਮੇਂ ਸੰਗਤਾਂ ਰੂਪਨਗਰ ਵਿੱਚੋਂ ਹੀ ਲੰਘਦੀਆਂ ਹਨ। ਸੜਕਾਂ ਗੱਡੀਆਂ, ਮੋਟਰਾਂ ਅਤੇ ਹੋਰ ਵਾਹਨਾਂ ਨਾਲ ਭਰ ਜਾਂਦੀਆਂ ਹਨ। ਰੂਪਨਗਰ ਪੰਜਾਬ ਦੇ 22 ਜ਼ਿਲ੍ਹਿਆਂ ਵਿੱਚੋਂ ਇੱਕ ਹੈ। ਇਹ ਆਵਾਜਾਈ ਦਾ ਵੀ ਇੱਕ ਵੱਡਾ ਕੇਂਦਰ ਹੈ। ਸੋ ਇਹ ਸੀ ਇੱਕ ਪੈਰਾਗ੍ਰਾਫ। ਸੋ ਇਸ ਨੂੰ ਹੁਣ ਪੜ੍ਹ ਕੇ ਇਸ ਦੇ ਆਧਾਰ 'ਤੇ ਅੱਗੇ ਪ੍ਰਸ਼ਨਾਂ ਦੇ ਉੱਤਰ ਕਰੀਏ। ਸੋ ਅਗਲਾ ਪ੍ਰਸ਼ਨ ਹੈ, ਵਿਸਾਖੀ ਦੇ ਮੇਲੇ ਦਾ ਸੰਬੰਧ ਕਿਸ ਫਸਲ ਨਾਲ ਹੈ? ਵਿਸਾਖੀ ਦੇ ਮੇਲੇ ਦਾ ਸੰਬੰਧ ਕਿਸ ਫਸਲ ਨਾਲ ਹੈ? ਝੋਨਾ, ਮੱਕੀ, ਕਣਕ ਜਾਂ ਬਾਜਰਾ। ਸੋ ਇਸ ਦਾ ਉੱਤਰ ਹੈ ਕਣਕ। ਅਗਲੇ ਪ੍ਰਸ਼ਨ 'ਤੇ ਚੱਲਦੇ ਹਾਂ। ਹੋਲਾ ਮਹੱਲਾ ਕਿਸ ਸ਼ਹਿਰ ਦਾ ਮਸ਼ਹੂਰ ਮੇਲਾ ਹੈ? ਸ਼੍ਰੀ ਅੰਮ੍ਰਿਤਸਰ ਸਾਹਿਬ, ਸ਼੍ਰੀ ਅਨੰਦਪੁਰ ਸਾਹਿਬ, ਚੰਡੀਗੜ੍ਹ, ਸ਼੍ਰੀ ਕਰਤਾਰਪੁਰ ਸਾਹਿਬ। ਸੋ ਹੋਲਾ ਮਹੱਲਾ ਸ਼੍ਰੀ ਅਨੰਦਪੁਰ ਸਾਹਿਬ ਦਾ ਮਸ਼ਹੂਰ ਮੇਲਾ ਹੈ। ਅਗਲੇ ਪ੍ਰਸ਼ਨ 'ਤੇ ਚੱਲਦੇ ਹਾਂ। ਪੰਜਾਬ ਸ਼ਬਦ ਕਿਸ ਭਾਸ਼ਾ ਦਾ ਸ਼ਬਦ ਹੈ? ਅਰਬੀ, ਫਾਰਸੀ, ਪੰਜਾਬੀ ਜਾਂ ਉਰਦੂ। ਸੋ ਇਸ ਦਾ ਸਹੀ ਉੱਤਰ ਹੈ ਫਾਰਸੀ। ਪੰਜਾਬ ਸ਼ਬਦ ਫਾਰਸੀ ਭਾਸ਼ਾ ਦਾ ਸ਼ਬਦ ਹੈ। ਅਗਲੇ ਪ੍ਰਸ਼ਨ 'ਤੇ ਚੱਲੀਏ। ਰੂਪਨਗਰ ਸ਼ਹਿਰ ਕਿਸ ਲਈ ਜਾਣਿਆ ਜਾਂਦਾ ਹੈ? ਪਾਪੜਾਂ ਲਈ, ਜੁੱਤੀਆਂ ਲਈ, ਪਸ਼ੂਆਂ ਦੀ ਮੰਡੀ ਲਈ ਜਾਂ ਪਰਾਂਦੀਆਂ ਲਈ। ਸੋ ਰੂਪਨਗਰ ਸ਼ਹਿਰ ਪਸ਼ੂਆਂ ਦੀ ਮੰਡੀ ਲਈ ਜਾਣਿਆ ਜਾਂਦਾ ਹੈ। ਪਸ਼ੂਆਂ ਦੀ ਮੰਡੀ ਲਈ ਇਸ ਦਾ ਉੱਤਰ ਹੈ। ਅਗਲਾ ਪ੍ਰਸ਼ਨ, ਆਵਾਜਾਈ ਦੇ ਸਾਧਨ ਵਧਣ ਨਾਲ ਜਿੱਥੇ ਸਾਨੂੰ ਲਾਭ ਹੋਇਆ ਹੈ ਉੱਥੇ ਸਾਨੂੰ ਨੁਕਸਾਨ ਕੀ ਹੋਇਆ ਹੈ? ਹਵਾ ਦਾ ਦੂਸ਼ਿਤ ਹੋਣਾ, ਮਹਿੰਗਾਈ ਵਿੱਚ ਵਾਧਾ ਹੋਣਾ, ਸੜਕਾਂ ਦਾ ਖਰਾਬ ਹੋਣਾ, ਪੈਸੇ ਦੀ ਬਰਬਾਦੀ ਹੋਣਾ। ਸੋ ਇਸ ਦਾ ਸਹੀ ਉੱਤਰ ਹੈ ਊੜਾ ਭਾਗ, ਹਵਾ ਦਾ ਦੂਸ਼ਿਤ ਹੋਣਾ। ਸੋ ਅਗਲੇ ਪ੍ਰਸ਼ਨ 'ਤੇ ਚੱਲੀਏ। ਆਵਾਜਾਈ ਦੇ ਸਾਧਨਾਂ ਦੀ ਸਹੀ ਵਰਤੋਂ ਕਰਨ ਲਈ ਕੀ ਕੀ ਧਿਆਨ ਰੱਖਣਾ ਚਾਹੀਦਾ ਹੈ? ਸਾਧਨ ਦੀ ਗਤੀ ਹੌਲੀ ਹੋਵੇ, ਸਾਧਨ ਚਲਾਉਂਦੇ ਸਮੇਂ ਮੋਬਾਈਲ ਦੀ ਵਰਤੋਂ ਨਾ ਕਰੀਏ, ਸੜਕੀ ਨਿਯਮਾਂ ਦੀ ਪਾਲਣਾ ਕਰਨਾ ਅਤੇ ਸਾਰੇ ਹੀ ਸਹੀ ਹਨ। ਸੋ ਇਸ ਦਾ ਸਹੀ ਉੱਤਰ ਹੈ ਕਿ ਸਾਨੂੰ ਇਹ ਸਾਰਾ ਕੁਛ ਹੀ ਕਰਨਾ ਚਾਹੀਦਾ ਹੈ, ਭਾਵ ਕਿ ਇਹ ਸਾਰੇ ਹੀ ਸਹੀ ਹਨ। ਅਗਲਾ ਪ੍ਰਸ਼ਨ ਹੈ, ਜਦੋਂ ਰੋਪੜ ਦਾ ਨਾਂ ਰੂਪਨਗਰ ਰੱਖਿਆ ਗਿਆ ਸੀ
ਤਾਂ ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਕੌਣ ਸਨ? ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਗਿਆਨੀ ਜੈਲ ਸਿੰਘ, ਸੁਖਬੀਰ ਸਿੰਘ ਬਾਦਲ। ਸੋ ਇਸ ਦਾ ਸਹੀ ਉੱਤਰ ਹੈ ਗਿਆਨੀ ਜੈਲ ਸਿੰਘ। ਅੱਗੇ ਪ੍ਰਸ਼ਨ ਹੈ, ਤੁਹਾਡੇ ਪਿੰਡ ਵਿੱਚ ਜ਼ਿਆਦਾ ਆਵਾਜਾਈ ਕਾਰਨ ਸੜਕਾਂ ਦੀ ਸਥਿਤੀ ਜਦੋਂ ਖਰਾਬ ਹੋ ਜਾਵੇ ਤਾਂ ਤੁਸੀਂ ਕਿਸ ਨੂੰ ਪੱਤਰ ਲਿਖੋਗੇ? ਸਰਪੰਚ ਨੂੰ, MC ਨੂੰ, ਨਰੇਗਾ ਕਰਮਚਾਰੀ ਨੂੰ, ਜਾਂ ਤਿੰਨੇ ਹੀ ਸਹੀ ਹਨ? ਸੋ ਇਸ ਦਾ ਉੱਤਰ ਹੈ ਕਿ ਤੁਸੀਂ ਸਰਪੰਚ ਨੂੰ ਪੱਤਰ ਲਿਖੋਗੇ, ਭਾਵ ਕਿ ਊੜਾ ਭਾਗ। ਅਗਲੇ ਪ੍ਰਸ਼ਨ ਤੇ ਚੱਲਦੇ ਹਾਂ। ਰੂਪਨਗਰ ਸ਼ਹਿਰ ਕਿਹੜੀਆਂ ਪਹਾੜੀਆਂ ਦੇ ਪੈਰਾਂ ਵਿੱਚ ਵਸਿਆ ਹੋਇਆ ਹੈ? ਅਰਾਵਲੀ ਦੀਆਂ ਪਹਾੜੀਆਂ, ਸ਼ਿਵਾਲਿਕ ਦੀਆਂ ਪਹਾੜੀਆਂ, ਜਾਂ ਪੱਛਮੀ ਘਾਟ ਦੀਆਂ ਪਹਾੜੀਆਂ, ਜਾਂ ਹਿਮਾਲਿਆ ਦੀਆਂ ਪਹਾੜੀਆਂ? ਸੋ ਇਸ ਦਾ ਉੱਤਰ ਹੈ ਸ਼ਿਵਾਲਿਕ ਦੀਆਂ ਪਹਾੜੀਆਂ। ਅਗਲਾ ਪ੍ਰਸ਼ਨ, ਇਸ ਪੈਰੇ ਵਿੱਚ ਦਿੱਤੇ ਸ਼ਹਿਰ ਦਾ ਨਵਾਂ ਨਾਂ ਕੀ ਹੈ? ਰੂਪਨਗਰ, ਰੋਪੜ, ਰੂਪਾਨਗਰ, ਤਿੰਨੇ ਹੀ ਸਹੀ ਹਨ। ਸੋ ਇਸ ਦਾ ਸਹੀ ਉੱਤਰ ਹੈ ਰੂਪਨਗਰ। ਸੋ ਹੁਣ ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ। ਇਸ ਪੈਰੇ ਦਾ ਢੁਕਵਾਂ ਸਿਰਲੇਖ ਕੀ ਹੋਏਗਾ? ਗਿਆਨੀ ਜੈਲ ਸਿੰਘ, ਚੰਡੀਗੜ੍ਹ, ਰੂਪਨਗਰ, ਜਾਂ ਜੋੜ ਮੇਲੇ? ਸੋ ਇਸ ਦਾ ਸਹੀ ਉੱਤਰ ਹੋਏਗਾ ਭਾਗ ਤੀਸਰਾ, ਭਾਵ ਕਿ ਰੂਪਨਗਰ। ਸੋ ਅਗਲਾ ਪ੍ਰਸ਼ਨ, ਸਿੱਧ ਸ਼ਬਦ ਦਾ ਸਹੀ ਸਮਾਨਾਰਥਕ ਸ਼ਬਦ ਚੁਣੋ। ਸਿੱਧ ਸ਼ਬਦ ਦਾ ਸਹੀ ਸਮਾਨਾਰਥਕ ਸ਼ਬਦ ਚੁਣੋ। ਉਸਤਤ, ਪ੍ਰਸ਼ੰਸਾ, ਵਡਿਆਈ, ਜਾਂ ਮਸ਼ਹੂਰ? ਸੋ ਇਸ ਦਾ ਸਹੀ ਸ਼ਬਦ ਹੈ ਮਸ਼ਹੂਰ। ਸੋ ਸਿੱਧ ਸ਼ਬਦ ਹੈ, ਸਿੱਧ ਸ਼ਬਦ ਦਾ ਸਹੀ ਸਮਾਨਾਰਥਕ ਮਸ਼ਹੂਰ ਹੈ। ਸੋ ਅੱਜ ਦੇ ਆਖਰੀ ਪ੍ਰਸ਼ਨ ਤੇ ਚੱਲਦੇ ਹਾਂ। ਇਹ ਸ਼ਹਿਰ ਦਾ ਨਾਂ ਰੋਪੜ ਸੀ। ਇਸ ਵਾਕ ਵਿੱਚ ਪੜਨਾਮ ਸ਼ਬਦ ਚੁਣੋ। ਇਸ ਸ਼ਹਿਰ, ਰੋਪੜ, ਜਾਂ ਸੀ? ਇਹਨਾਂ ਚਾਰ ਸ਼ਬਦਾਂ ਵਿੱਚੋਂ ਅਸੀਂ ਪੜਨਾਮ ਸ਼ਬਦ ਲੱਭਣਾ ਹੈ। ਸੋ ਇਹਨਾਂ ਵਿੱਚੋਂ ਪੜਨਾਮ ਹੈ ਪਹਿਲਾ ਇਸ। ਸੋ ਇਸ ਸ਼ਹਿਰ ਦਾ ਨਾਂ ਰੋਪੜ ਸੀ, ਇਸ ਵਿੱਚ ਪੜਨਾਮ ਸ਼ਬਦ ਇਸ ਹੈ। ਸੋ ਇਹ ਸੀ ਅੱਜ ਦੀ ਪ੍ਰਸ਼ਨੋਤਰੀ, ਜੋ ਕਿ 8ਵੀਂ ਜਮਾਤ ਦੀ ਪਹਿਲੀ ਪ੍ਰਸ਼ਨੋਤਰੀ ਸੀ। ਸੋ ਇਹੋ ਜਿਹੇ ਹੋਰ ਵੀਡੀਓ ਲੈ ਕੇ ਤੁਹਾਡੇ ਨਾਲ ਫਿਰ ਮੁਲਾਕਾਤ ਹੋਏਗੀ। ਤਦ ਤੱਕ ਲਈ ਧੰਨਵਾਦ, ਸ਼ੁਕਰੀਆ।